ਹੈਲੋ ਸਟੂਡੈਂਟਸ, ਅਸੀਂ ਅੱਜ 8th ਕਲਾਸ ਦਾ 7th ਚੈਪਟਰ ਦਾ ਸੈਕਿੰਡ ਪਾਰਟ ਰੀਡ ਕਰਨ ਲੱਗੇ ਹਾਂ। ਯੂ ਆਰ ਰਾਈਟ ਰਾਜੂ ਤੂੰ ਠੀਕ ਕਹਿ ਰਹੇ ਹੈ। In 1966, the state of Punjab was reorganized on the basis of ਪੰਜਾਬੀ ਐਂਡ ਹਿੰਦੀ ਲੈਂਗੁਏਜਿਸ। 1966 ਦੇ ਵਿੱਚ ਪੰਜਾਬ ਨੂੰ ਦੁਬਾਰਾ ਸੰਗਠਿਤ ਕੀਤਾ ਗਿਆ ਸੀ ਦੋ ਭਾਸ਼ਾਵਾਂ ਦੇ ਆਧਾਰ 'ਤੇ, ਹਿੰਦੀ ਅਤੇ ਪੰਜਾਬੀ ਦੇ ਆਧਾਰ 'ਤੇ। ਸਮ ਆਫ ਦ ਹਿਲੀ ਏਰੀਆਜ਼ ਆਫ ਪੰਜਾਬ ਲਾਈਕ ਲਾਹੌਲ ਸਪੀਤੀ, ਦ ਵੈਲੀਜ਼ ਆਫ ਕੁੱਲੂ ਐਂਡ ਮਨਾਲੀ, ਕਾਂਗੜਾ, ਡਲਹੌਜੀ ਐਂਡ ਸ਼ਿਮਲਾ ਵਰ ਇੰਟੈਗਰੇਟਡ ਵਿਦ ਹਿਮਾਚਲ ਪ੍ਰਦੇਸ਼। ਪੰਜਾਬ ਦੇ ਕੁਛ ਪਹਾੜੀ ਏਰੀਏ ਨੂੰ ਜਿਵੇਂ ਕਿ ਕੁੱਲੂ ਮਨਾਲੀ, ਲਾਹੌਲ ਸਪੀਤੀ, ਕਾਂਗੜਾ, ਡਲਹੌਜੀ, ਸ਼ਿਮਲਾ, ਇਹਨਾਂ ਸਾਰਿਆਂ ਨੂੰ ਹਿਮਾਚਲ ਪ੍ਰਦੇਸ਼ ਨਾਲ ਜੋੜ ਦਿੱਤਾ ਗਿਆ ਪੰਜਾਬ ਨਾਲੋਂ ਅਲੱਗ ਕਰਕੇ। ਚੰਡੀਗੜ੍ਹ ਵਾਜ਼ ਮੇਡ ਦ ਜੁਆਇੰਟ ਕੈਪੀਟਲ ਆਫ ਬੋਥ ਪੰਜਾਬ ਐਂਡ ਹਰਿਆਣਾ। ਚੰਡੀਗੜ੍ਹ ਨੂੰ ਪੰਜਾਬ ਅਤੇ ਹਰਿਆਣਾ ਦਾ ਜੁਆਇੰਟ ਮਤਲਬ ਸਾਂਝੀ ਰਾਜਧਾਨੀ ਬਣਾਇਆ ਗਿਆ। ਇਟ ਵਾਜ਼ ਡਿਕਲੇਅਰਡ ਅ ਯੂਨੀਅਨ ਟੈਰੀਟਰੀ ਸੈਡ ਮਿਸਟਰ ਮੈਥਿਊ। ਇਹਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਘੋਸ਼ਿਤ ਕਰ ਦਿੱਤਾ ਗਿਆ ਚੰਡੀਗੜ੍ਹ ਨੂੰ। The reorganized Punjab came into being on 1 November 1966। 1 ਨਵੰਬਰ 1966 ਨੂੰ ਪੰਜਾਬ ਪੁਨਰਗਠਿਤ ਪੰਜਾਬ ਹੈ ਜਿਹੜਾ ਉਹ ਹੋਂਦ ਵਿੱਚ ਆਇਆ। ਨਾਓ ਇਟ ਹੈਜ਼ ਪਾਕਿਸਤਾਨ ਔਨ ਦਾ ਵੈਸਟ, ਜੰਮੂ ਐਂਡ ਕਸ਼ਮੀਰ ਔਨ ਦਾ ਨੌਰਥ, ਹਿਮਾਚਲ ਪ੍ਰਦੇਸ਼ ਔਨ ਦਾ ਨੌਰਥ ਈਸਟ ਐਂਡ ਔਨ ਦਾ ਸਾਊਥ ਇਟ ਹੈਜ਼ ਹਰਿਆਣਾ ਐਂਡ ਰਾਜਸਥਾਨ। ਇਹਦਾ ਜਦੋਂ ਅਸੀਂ ਮੈਪ 'ਤੇ ਦੇਖਦੇ ਹਾਂ ਪੰਜਾਬ ਨੂੰ ਤਾਂ ਪੰਜਾਬ ਦੇ ਪੱਛਮ ਵਾਲੀ ਸਾਈਡ ਪਾਕਿਸਤਾਨ ਹੈ, ਉੱਤਰ ਵਾਲੀ ਸਾਈਡ ਜੰਮੂ ਕਸ਼ਮੀਰ ਹੈ, ਹਿਮਾਚਲ ਪ੍ਰਦੇਸ਼ ਹੈ ਜਿਹੜਾ ਉਹ ਉੱਤਰ ਪੂਰਬ ਦੇ ਵਿੱਚ ਹੈ ਅਤੇ ਦੱਖਣ ਵਿੱਚ ਹਰਿਆਣਾ ਰਾਜਸਥਾਨ ਹੈ। ਸਰ ਹੇਅਰ ਇਜ਼ ਦਾ ਮਾਡਲ ਆਫ ਅ ਡੈਮ, ਆਈ ਥਿੰਕ ਇਟ ਇਜ਼ ਦ ਫੇਮਸ ਭਾਖੜਾ ਡੈਮ ਸੈਡ ਰਾਜੂ ਨੇ ਕਿਹਾ ਕਿ ਸਰ ਇੱਥੇ ਇੱਕ ਮਾਡਲ ਹੈ। ਮਾਡਲ ਮਤਲਬ ਜਦੋਂ ਅਸੀਂ ਕਿਸੇ ਵੱਡੀ ਕਲਾਕ੍ਰਿਤ ਨੂੰ ਛੋਟੇ ਰੂਪ 'ਚ, ਉਹਦਾ ਛੋਟਾ ਰੂਪ ਹੁੰਦਾ ਮਾਡਲ, ਇੱਕ ਡੈਮ ਦਾ ਮਾਡਲ ਹੈ। ਮੈਨੂੰ ਲੱਗਦਾ ਇਹ ਭਾਖੜਾ ਡੈਮ ਹੈ, ਰਾਜੂ ਨੇ ਕਿਹਾ। ਡੈਮ ਜਿਹੜੇ ਪਾਣੀ ਦੇ ਸੋਰਸਿਸ ਨੇਗੇ ਉਹਨਾਂ ਦੇ ਉੱਪਰ ਪਾਣੀ ਨੂੰ ਰੋਕ ਕੇ ਫਿਰ ਉਹਨੂੰ ਉੱਪਰ ਤੋਂ ਨੀਚੇ ਸੁੱਟ ਕੇ ਐਨਰਜੀ ਜਨਰੇਟ ਕੀਤੀ ਜਾਂਦੀ ਹੈ, ਉਹ ਤੋਂ ਬਿਜਲੀ ਬਣਾਈ ਜਾਂਦੀ ਆ। ਮਤਲਬ ਇਹ ਡੈਮ ਬਣਾਏ ਗਏ ਨੇ ਬਿਜਲੀ ਬਣਾਉਣ ਲਈ ਪਾਣੀ ਦੇ ਸਰੋਤਾਂ 'ਤੇ। ਯੂ ਆਰ ਰਾਈਟ ਰਾਜੂ ਸੈਡ ਮਿਸਟਰ ਮੈਥਿਊ ਨੇ ਕਿਹਾ ਹਾਂ ਰਾਜੂ ਤੂੰ ਠੀਕ ਕਹਿ ਰਿਹਾ, ਇਹ ਡੈਮ ਹੈ। ਦਿਸ ਡੈਮ ਇਜ਼ 740 ਫੀਟ ਹਾਈ, ਇਟਸ ਲੈਂਥ ਇਜ਼ 518 ਮੀਟਰਸ ਐਂਡ ਇਟ ਇਜ਼ 9 ਮੀਟਰਸ ਬਰੋਡ। 740 ਫੁੱਟ ਉੱਚਾ ਇਹ, 518 ਮੀਟਰ ਇਹਦੀ ਲੰਬਾਈ ਹੈ ਅਤੇ 9 ਮੀਟਰ ਇਹਦੀ ਚੌੜਾਈ ਹੈ। ਇਟਸ ਰੈਜ਼ਰਵੋਇਰ ਨੋਨ ਐਜ਼ ਗੋਬਿੰਦ ਸਾਗਰ। ਪਹਿਲਾਂ ਡੈਮ ਦੇ ਵਿੱਚ ਪਹਿਲਾਂ ਪਾਣੀ ਨੂੰ ਰੋਕਿਆ ਜਾਂਦਾ, ਮਤਲਬ ਪਾਣੀ ਨੂੰ ਇਕੱਠਾ ਕੀਤਾ ਜਾਂਦਾ, ਉਹਨੂੰ ਕਹਿੰਦੇ ਰੈਜ਼ਰਵੋਇਰ, ਭੰਡਾਰ। ਪਾਣੀ ਦਾ ਜਿਹੜਾ ਭੰਡਾਰ ਹੈ ਉਹਦਾ ਨਾਮ ਹੈ ਗੋਬਿੰਦ ਸਾਗਰ। ਭਾਖੜਾ ਡੈਮ 'ਤੇ ਜਿਹੜਾ ਪਾਣੀ ਦਾ ਭੰਡਾਰ ਹੈ ਉਹਨੂੰ ਗੋਬਿੰਦ ਸਾਗਰ ਕਹਿੰਦੇ। ਸਟੋਰਸ ਅਪ ਟੂ 9 ਬਿਲੀਅਨ ਕਿਊਬਿਕ ਮੀਟਰਸ ਆਫ ਵਾਟਰ। ਇਹਦੇ ਵਿੱਚ ਬਹੁਤ ਵੱਡੀ ਮਾਤਰਾ 'ਚ ਪਾਣੀ ਨੂੰ ਸਟੋਰ ਕੀਤਾ ਜਾਂਦਾ, 9 ਬਿਲੀਅਨ। 1 ਬਿਲੀਅਨ ਦੇ ਵਿੱਚ 1000 ਮਿਲੀਅਨ ਹੁੰਦੇ ਆ ਅਤੇ ਮਿਲੀਅਨ ਦੇ ਵਿੱਚ 10 ਲੱਖ ਹੁੰਦੇ ਆ, ਮਤਲਬ ਇੰਨੀ ਵੱਡੀ ਮਾਤਰਾ 'ਚ ਪਾਣੀ ਇੱਥੇ ਜਮ੍ਹਾਂ ਹੁੰਦਾ ਹੈ। ਇਟ ਇਜ਼ ਯੂਜ਼ਡ ਫॉर ਇਰੀਗੇਟਿੰਗ 10 ਮਿਲੀਅਨ ਏਕੜਸ ਆਫ ਫੀਲਡਸ ਇਨ ਹਿਮਾਚਲ ਪ੍ਰਦੇਸ਼, ਪੰਜਾਬ ਐਂਡ ਹਰਿਆਣਾ। ਇਹ ਤਿੰਨੋਂ ਸਟੇਟ ਇੱਕ ਦੂਸਰੇ ਦੇ ਨਾਲ ਲੱਗਦੇ ਨੇ ਅਤੇ ਭਾਖੜਾ ਡੈਮ ਦਾ ਪਾਣੀ ਇਹਨਾਂ ਸਟੇਟਸ ਦੀਆਂ 10 ਮਿਲੀਅਨ ਮਤਲਬ 1 ਕਰੋੜ ਏਕੜ ਦੇ ਖੇਤਾਂ ਨੂੰ ਸਿੰਚਾਈ ਕਰਨ ਲਈ ਵਰਤਿਆ ਜਾਂਦਾ। ਇਰੀਗੇਟਿੰਗ ਮਤਲਬ ਸਿੰਚਾਈ ਕਰਨਾ। The electricity generated in the powerhouses at Bhakra and Nangal is supplied to the states of Himachal Pradesh, Punjab, Haryana, Rajasthan and Gujarat। ਜਿਹੜੀ ਇੱਥੇ ਇਲੈਕਟ੍ਰੀਸਿਟੀ ਜਨਰੇਟ ਕੀਤੀ ਜਾਂਦੀ ਆ, ਜਿਹੜੀ ਬਿਜਲੀ ਇੱਥੇ ਬਣਦੀ ਆ ਭਾਖੜਾ ਨੰਗਲ 'ਤੇ, ਇਹ ਇਹਨਾਂ ਸਾਰੀਆਂ ਸਟੇਟਸ ਨੂੰ ਸਪਲਾਈ ਕੀਤੀ ਜਾਂਦੀ ਹੈ, ਉੱਥੇ ਇਹ ਯੂਜ਼ ਕੀਤੀ ਜਾਂਦੀ ਆ, ਹਿਮਾਚਲ ਪ੍ਰਦੇਸ਼ 'ਚ, ਪੰਜਾਬ, ਹਰਿਆਣਾ, ਰਾਜਸਥਾਨ ਅਤੇ ਗੁਜਰਾਤ 'ਚ। ਪੰਡਿਤ ਨਹਿਰੂ ਕਾਲਡ ਭਾਖੜਾ ਡੈਮ ਦਾ ਟੈਂਪਲ ਆਫ ਮਾਡਰਨ ਇੰਡੀਆ। ਮਾਡਰਨ ਇੰਡੀਆ ਜਿਹਦੇ ਵਿੱਚ ਟੈਕਨੋਲੋਜੀ, ਜਿਹਦੇ ਵਿੱਚ ਐਡਵਾਂਸਮੈਂਟਸ ਹੋਈਆਂ ਨੇ, ਜਿਹਦੇ ਵਿੱਚ
ਮਤਲਬ ਵਿਕਸਿਤ ਹੋਇਆ ਭਾਰਤ ਹੈ ਜਿਹੜਾ, ਉਹਦਾ ਇਹ ਟੈਂਪਲ ਕਿਹਾ ਪੰਡਿਤ ਨਹਿਰੂ ਨੇ। ਸਰ ਆਈ ਕੈਨ ਹੀਅਰ ਦਾ ਮੈਲੋਡੀਅਸ ਸਟ੍ਰੇਨਸ ਆਫ ਗੁਰਬਾਣੀ, ਦੇਅਰ ਮਸਟ ਬੀ ਅ ਗੁਰਦੁਆਰਾ ਨੀਅਰ ਬਾਈ ਸੈਡ ਵਿੱਕੀ। ਵਿੱਕੀ ਨੇ ਕਿਹਾ ਕਿ ਸਰ ਮੈਨੂੰ ਸੁਰੀਲੀਆਂ ਗੁਰਬਾਣੀ ਦੀਆਂ ਧੁਨਾਂ ਸੁਣਾਈ ਦੇ ਰਹੀਆਂ ਨੇ, ਮੈਨੂੰ ਲੱਗਦਾ ਇੱਥੇ ਨੇੜੇ ਕਿਤੇ ਗੁਰਦੁਆਰਾ ਹੈ। ਵੈਲ ਵੀ ਆਰ ਨੀਅਰ ਦਾ ਗੋਲਡਨ ਟੈਂਪਲ ਆਫ ਅੰਮ੍ਰਿਤਸਰ, ਅਸੀਂ ਅੰਮ੍ਰਿਤਸਰ ਦੇ ਗੋਲਡਨ ਟੈਂਪਲ ਦੇ ਨੇੜੇ ਹਾਂ। ਇਟ ਇਜ਼ ਦਾ ਹੋਲੀਐਸਟ ਸ਼ਰਾਈਨ ਆਫ ਦਾ ਸਿੱਖਸ ਸੈਡ ਮਿਸਟਰ ਮੈਥਿਊ। ਮਿਸਟਰ ਮੈਥਿਊ ਨੇ ਕਿਹਾ ਕਿ ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਧਾਰਮਿਕ ਸਥਾਨ ਹੈ। ਹੋਲੀਐਸਟ ਮਤਲਬ ਪਵਿੱਤਰ, ਸ਼ਰਾਈਨ ਮਤਲਬ ਸਥਾਨ। ਸਰ ਦੇ ਸੇ ਦਿਸ ਟੈਂਪਲ ਇਜ਼ ਸਰਾਊਂਡਡ ਬਾਏ ਵਾਟਰ ਸੈਡ ਚਿੰਟੂ। ਚਿੰਟੂ ਨੇ ਕਿਹਾ ਕਿ ਸਰ ਮੈਂ ਸੁਣਿਆ ਕਿ ਇਹ ਜਿਹੜਾ ਟੈਂਪਲ ਆ ਇਹ ਪਾਣੀ ਨਾਲ ਘਿਰਿਆ ਹੋਇਆ ਆਸੇ ਪਾਸੇ ਤੋਂ। ਯੈਸ ਇਟ ਇਜ਼ ਬਿਲਟ ਇਨ ਦ ਮਿਡਲ ਆਫ ਅ ਸਕੁਏਅਰ ਟੈਂਕ। ਹਾਂ ਇਹ ਇੱਕ ਸਕੁਏਅਰ ਮਤਲਬ ਚੌਕੋਰ, ਜਿਹਦੇ ਚਾਰੋਂ ਸਾਈਡਸ ਇੱਕੋ ਜਿਹੀਆਂ ਹੁੰਦੀਆਂ। ਸਕੁਏਅਰ ਟੈਂਕ ਮਤਲਬ ਸਰੋਵਰ, ਇਹਦੇ ਚਾਰੇ ਪਾਸੇ ਇੱਕ ਸਰੋਵਰ ਹੈ। ਟੂ ਰੀਚ ਦ ਟੈਂਪਲ ਦੇਅਰ ਇਜ਼ ਅ 60 ਮੀਟਰ ਲੌਂਗ ਮਾਰਬਲ ਪਾਥ। ਮੰਦਿਰ ਤੱਕ ਮਤਲਬ ਜਿਹੜਾ ਦਰਬਾਰ ਸਾਹਿਬ ਆ ਉਹਦੇ ਤੱਕ ਪਹੁੰਚਣ ਲਈ 60 ਮੀਟਰ ਲੰਬਾ ਮਾਰਬਲ ਦਾ ਰਸਤਾ ਬਣਿਆ ਹੋਇਆ, ਪੱਥਰ ਲਗਾ ਕੇ ਰਸਤਾ ਬਣਾਇਆ ਗਿਆ। ਦਿਸ ਪਾਥ ਹੈਜ਼ ਮਾਰਬਲ ਰੇਲਿੰਗਸ ਔਨ ਬੋਥ ਦਾ ਸਾਈਡਸ। ਦੋਵੇਂ ਸਾਈਡ 'ਤੇ ਰੇਲਿੰਗਸ ਲੱਗੀਆਂ ਨੇ ਕਿਉਂਕਿ ਆਸੇ ਪਾਸੇ ਪਾਣੀ ਹੈ ਤਾਂ ਰੇਲਿੰਗਸ ਲਗਾ ਕੇ ਸੇਫਟੀ ਕੀਤੀ ਗਈ ਹੈ। ਦ ਟੈਂਪਲ ਇਜ਼ ਡਬਲ ਸਟੋਰੀਡ। ਟੈਂਪਲ ਹੈ ਜਿਹੜਾ ਉਹ 2 ਮੰਜ਼ਿਲਾ, ਸਟੋਰੀ ਮਤਲਬ ਮੰਜ਼ਿਲਾਂ ਹੁੰਦੀਆਂ ਜਿਹੜੀਆਂ ਡਬਲ 2। ਇਟ ਹੈਜ਼ ਅ ਗੋਲਡਨ ਡੋਮ ਔਨ ਦ ਟੋਪ। ਇਹਦੇ ਸਿਖਰ 'ਤੇ ਇੱਕ ਸੋਨੇ ਦਾ ਗੋਲਡ ਦਾ ਬਣਿਆ ਹੋਇਆ ਗੁੰਬਦ ਹੈ। The marble slabs used in the construction of the temple have on them fine artistic engravings। ਜਿਹੜੀਆਂ ਮਾਰਬਲ ਦੀਆਂ ਸਲੈਬਸ, ਪੱਥਰ ਦੇ ਟੁਕੜੇ ਇੱਥੇ ਯੂਜ਼ ਕੀਤੇ ਗਏ ਨੇ ਇਹਦੇ ਨਿਰਮਾਣ ਵਿੱਚ, ਉਹਨਾਂ 'ਤੇ ਕਲਾਕ੍ਰਿਤਾਂ ਕੀਤੀਆਂ ਹੋਈਆਂ ਨੇ। ਮਤਲਬ ਉਹਨਾਂ 'ਤੇ ਉਕਰੇ ਹੋਏ ਡਿਜ਼ਾਈਨ ਉਕਰੇ ਹੋਏ ਨੇ, ਮਤਲਬ ਪੱਥਰ ਨੂੰ ਘੜ ਕੇ ਡਿਜ਼ਾਈਨ ਬਣਾਏ ਹੋਏ ਨੇ। ਦ ਇਨਰ ਵਾਲਸ ਆਰ ਡੈਕੋਰੇਟਡ ਵਿਦ ਪ੍ਰੈਸ਼ੀਅਸ ਸਟੋਨਸ। ਜਿਹੜੇ ਅੰਦਰਲੀਆਂ ਦੀਵਾਰਾਂ ਨੇ ਉਹਨਾਂ ਨੂੰ ਬਹੁਤ ਹੀ ਕੀਮਤੀ ਪੱਥਰਾਂ ਨਾਲ ਡੈਕੋਰੇਟ ਕੀਤਾ ਗਿਆ, ਸਜਾਇਆ ਗਿਆ। ਦੇ ਹੈਵ ਔਨ ਦੈਮ ਪ੍ਰਾਈਸਲੈਸ ਪੇਂਟਿੰਗਸ ਐਂਡ ਅਦਰ ਵਰਕਸ ਆਫ ਆਰਟ। ਬਹੁਤ ਸਾਰੀਆਂ ਅਣਮੁੱਲੀਆਂ ਪੇਂਟਿੰਗਸ, ਤਸਵੀਰਾਂ ਜਿਹੜੀਆਂ ਉੱਥੇ ਟੰਗੀਆਂ ਹੋਈਆਂ ਨੇ, ਵਰਕਸ ਆਫ ਆਰਟ, ਹੋਰ ਵੀ ਕਲਾ ਦੇ ਨਮੂਨੇ ਉੱਥੇ ਉਹਨਾਂ ਨਾਲ ਸਜਾਇਆ ਗਿਆ ਦੀਵਾਰਾਂ ਨੂੰ। ਔਨ ਦਾ ਗਰਾਊਂਡ ਫਲੋਰ ਮਤਲਬ ਜਿਹੜੀ ਜ਼ਮੀਨੀ ਮੰਜ਼ਿਲ ਹੈ। ਅੰਡਰ ਦਾ ਡੋਮ ਸ਼ੇਪਡ ਰੂਫ, ਜਿਹੜੀ ਉਹ ਡੋਮ ਸ਼ੇਪਡ ਮਤਲਬ ਜਿਹੜੀ ਇਹਦੇ ਉੱਪਰ ਡੋਮ ਬਣਿਆ ਹੋਇਆ, ਉਹਦੇ ਨੀਚੇ ਜਿਹੜੀ ਗਰਾਊਂਡ ਫਲੋਰ ਹੈ, ਲਾਈਜ਼ ਸ਼੍ਰੀ ਗੁਰੂ ਗ੍ਰੰਥ ਸਾਹਿਬ। ਉੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੱਖਿਆ ਗਿਆ। ਇਟ ਇਜ਼ ਦਾ ਹੋਲੀ ਬੁੱਕ ਆਫ ਦਾ ਸਿੱਖਸ। ਗੁਰੂ ਗ੍ਰੰਥ ਸਾਹਿਬ ਕੀ ਹੈ? ਇਹ ਸਿੱਖਾਂ ਦੀ ਇੱਕ ਧਾਰਮਿਕ ਕਿਤਾਬ ਹੈ, ਪਵਿੱਤਰ ਕਿਤਾਬ ਹੈ। ਐਕਸਪਲੇਨਡ ਮਿਸਟਰ ਮੈਥਿਊ ਨੇ ਕਿਹਾ। ਡੂ ਯੂ ਨੋ ਇਟ ਵਾਜ਼ ਸ਼੍ਰੀ ਗੁਰੂ ਅਰਜਨ ਦੇਵ ਦ 5th ਗੁਰੂ ਆਫ ਸਿੱਖਸ ਹੂ ਕੰਪਾਈਲਡ ਦਿਸ ਹੋਲੀ ਬੁੱਕ। ਕੀ ਤੁਹਾਨੂੰ ਪਤਾ ਕਿ ਇਹ ਗੁਰੂ ਅਰਜਨ ਦੇਵ ਜੀ ਹੈ ਜਿਹੜੇ ਸਿੱਖਾਂ ਦੇ 5ਵੇਂ ਗੁਰੂ ਆ, ਜਿਨ੍ਹਾਂ ਨੇ ਇਹ ਪਵਿੱਤਰ ਕਿਤਾਬ ਨੂੰ ਕੰਪਾਈਲ ਕੀਤਾ, ਇਕੱਠਾ ਕੀਤਾ। ਮਤਲਬ ਵੱਖ-ਵੱਖ ਗੁਰੂਆਂ ਦੀ ਬਾਣੀ ਨੂੰ ਇਹਦੇ ਵਿੱਚ ਇਕੱਠਾ ਕਰਕੇ ਉਹਨਾਂ ਨੇ ਦਰਜ ਕੀਤਾ। ਆਸਕਡ ਮਿਸਟਰ ਮੈਥਿਊ ਨੇ ਪੁੱਛਿਆ। ਅਨੰਦਪੁਰ ਸਾਹਿਬ ਇਜ਼ ਅਨਦਰ ਪਲੇਸ ਆਫ ਸਿੱਖ ਪਿਲਗ੍ਰਿਮੇਜ। ਅਨੰਦਪੁਰ ਸਾਹਿਬ ਇੱਕ ਹੋਰ ਸਿੱਖਾਂ ਦੇ ਧਾਰਮਿਕ ਸਥਾਨ ਹੈ। ਇਟ ਇਜ਼ ਅ ਸਮਾਲ ਟਾਊਨ ਔਨ ਦਾ ਲੈਫਟ ਬੈਂਕ ਆਫ ਦਾ ਸਤਲੁਜ ਰਿਵਰ। ਇਹ ਸਤਲੁਜ ਰਿਵਰ ਦੇ ਖੱਬੇ ਕੰਢੇ 'ਤੇ ਇੱਕ ਛੋਟਾ ਜਿਹਾ ਟਾਊਨ ਹੈ। ਇਟ ਵਾਜ਼ ਫਾਊਂਡਡ ਬਾਏ ਸ਼੍ਰੀ ਗੁਰੂ ਤੇਗ ਬਹਾਦਰ ਜਿਹੜੇ ਸਿੱਖਾਂ ਦੇ 9ਵੇਂ ਗੁਰੂ ਆ, ਉਹਨਾਂ ਨੇ ਇਹਦੀ ਨੀਂਹ ਰੱਖੀ। Lakhs of Sikhs gather here annually to celebrate the founding of the Khalsa by Guru Gobind Singh Ji 1699। ਹਰ ਸਾਲ ਲੱਖਾਂ ਸਿੱਖ ਇੱਥੇ ਇਕੱਠੇ ਹੁੰਦੇ ਨੇ। ਕਿਹਨੂੰ 1699 ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੀ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਉਹਨੂੰ ਸੈਲੀਬ੍ਰੇਟ ਕਰਨ ਲਈ। ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ 5 ਸਿਰਾਂ ਦੀ ਮੰਗ ਕੀਤੀ ਸੀ ਅਤੇ 5 ਪਿਆਰੇ ਚੁਣੇ ਸੀ, ਤਾਂ ਉਦੋਂ ਉਸ ਨੂੰ ਸੈਲੀਬ੍ਰੇਟ ਕਰਨ ਵਾਸਤੇ ਇੱਥੇ ਲੋਕ ਸਿੱਖ ਨੇ ਜਿਹੜੇ ਉਹ ਇਕੱਠੇ ਹੁੰਦੇ ਨੇ।
ਸਰ ਲੁੱਕ ਹੀਅਰ। ਸਰ ਇੱਥੇ ਦੇਖੋ, ਦਿਸ ਇਜ਼ ਦਾ ਮਾਡਲ ਆਫ ਅ ਬਿਊਟੀਫੁਲੀ ਪਲੈਨਡ ਸਿਟੀ। ਇੱਥੇ ਇੱਕ ਮਾਡਲ ਹੈ ਬੜੇ ਸੁੰਦਰ ਤਰੀਕੇ ਨਾਲ ਪਲਾਨ ਕੀਤੇ ਹੋਏ ਸ਼ਹਿਰ ਦਾ। ਇਟ ਹੈਜ਼ ਅ ਨੰਬਰ ਆਫ ਗਾਰਡਨਸ। ਇਹਦੇ ਵਿੱਚ ਬਹੁਤ ਸਾਰੇ ਬਾਗ ਨੇ। ਇਜ਼ੰਟ ਦਿਸ ਚੰਡੀਗੜ੍ਹ? ਆਸਕਡ ਰਾਜੂ। ਰਾਜੂ ਨੇ ਪੁੱਛਿਆ ਕਿ ਇਹ ਚੰਡੀਗੜ੍ਹ ਨਹੀਂ? ਮਿਸਟਰ ਮੈਥਿਊ ਰਿਪਲਾਈਡ, ਯੈਸ ਦਿਸ ਇਜ਼ ਚੰਡੀਗੜ੍ਹ। ਹਾਂ, ਇਹ ਚੰਡੀਗੜ੍ਹ ਹੈ। ਦਿਸ ਬਿਊਟੀਫੁਲ ਸਿਟੀ ਇਜ਼ ਸਿਚੁਏਟਡ ਐਟ ਦਾ ਫੁੱਟ ਆਫ ਦ ਸ਼ਿਵਾਲਿਕ ਹਿਲਸ। ਸ਼ਿਵਾਲਿਕ ਪਹਾੜੀਆਂ ਦੇ ਪੈਰਾਂ 'ਚ ਇਹ ਸੋਹਣਾ ਸ਼ਹਿਰ ਵਸਿਆ ਹੋਇਆ। ਇਟ ਵਾਜ਼ ਡਿਜ਼ਾਈਨਡ ਬਾਏ ਅ ਫੇਮਸ ਫਰੈਂਚ ਆਰਕੀਟੈਕਟ ਲੀ ਕੋਰਬੂਜ਼ੀਅਰ। ਇਹ ਫਰਾਂਸ ਦੇ ਇੱਕ ਵਾਸਤੂਕਾਰ ਨੇ, ਭਵਨ ਨਿਰਮਾਣ ਕਲਾ ਜਿਹਨੂੰ ਆਉਂਦੀ ਹੈ ਉਹਨੂੰ ਕਹਿੰਦੇ ਆ ਆਰਕੀਟੈਕਟ। ਜਿਹੜੇ ਘਰਾਂ ਦੇ ਨਕਸ਼ੇ ਜਾਂ ਜਿੰਨੀਆਂ ਇਮਾਰਤਾਂ ਆਪਾਂ ਬਣਾਉਂਦੇ ਉਹਨਾਂ ਦੇ ਨਕਸ਼ੇ ਤਿਆਰ ਕਰਦੇ ਆ, ਉਹ ਹੁੰਦੇ ਆ ਆਰਕੀਟੈਕਟ। ਫਰਾਂਸ ਦੇਸ਼ ਦਾ ਨਾਮ ਹੈ ਇੱਕ। ਉੱਥੋਂ ਦੇ ਲੀ ਕੋਰਬੂਜ਼ੀਅਰ ਨੇ ਇਹਦਾ ਡਿਜ਼ਾਈਨ ਤਿਆਰ ਕੀਤਾ। ਬੀਇੰਗ ਵੈਰੀ ਕਲੋਜ਼ ਟੂ ਦ ਹਿਲਸ, ਚੰਡੀਗੜ੍ਹ ਹੈਜ਼ ਅ ਕਾਮ ਐਂਡ ਪਲੈਜ਼ੈਂਟ ਐਟਮੋਸਫੀਅਰ। ਪਹਾੜਾਂ ਦੇ ਨੇੜੇ ਹੋਣ ਕਰਕੇ ਇੱਥੇ ਜਿਹੜਾ ਵਾਤਾਵਰਨ ਹੈ ਉਹ ਬੜਾ ਸ਼ਾਂਤ ਅਤੇ ਵਧੀਆ ਐਟਮੋਸਫੀਅਰ ਹੈ ਇੱਥੋਂ ਦਾ। ਨਾ ਹੀ ਤੇਜ਼ ਗਰਮੀ ਅਤੇ ਨਾ ਹੀ ਤੇਜ਼ ਸਰਦੀ ਹੁੰਦੀ ਹੈ ਇੱਥੇ। ਦ ਰੋਜ਼ ਗਾਰਡਨ ਆਫ ਚੰਡੀਗੜ੍ਹ ਇਜ਼ ਵਰਲਡ ਫੇਮਸ। ਚੰਡੀਗੜ੍ਹ ਦਾ ਰੋਜ਼ ਗਾਰਡਨ ਪੂਰੇ ਸੰਸਾਰ 'ਚ ਮਸ਼ਹੂਰ ਹੈ। ਦ ਸਿਟੀ ਵਾਜ਼ ਫਾਰਮਲੀ ਡਿਕਲੇਅਰਡ ਓਪਨ ਇਨ ਅਕਤੂਬਰ 1953 ਬਾਏ ਡਾਕਟਰ ਰਾਜੇਂਦਰ ਪ੍ਰਸਾਦ, ਦ ਫਾਰਮਰ ਪ੍ਰੈਜ਼ੀਡੈਂਟ ਆਫ ਇੰਡੀਆ। 1953 ਅਕਤੂਬਰ ਵਿੱਚ ਇਸ ਸ਼ਹਿਰ ਨੂੰ ਆਮ ਲੋਕਾਂ ਲਈ ਖੋਲ੍ਹ ਦਿੱਤਾ ਗਿਆ। ਡਾਕਟਰ ਰਾਜੇਂਦਰ ਪ੍ਰਸਾਦ ਨੇ ਇਹਦੀ ਅਨਾਊਂਸਮੈਂਟ ਕੀਤੀ, ਜਿਹੜੇ ਕਿ ਭਾਰਤ ਦੇ ਪਹਿਲਾਂ ਦੇ ਰਾਸ਼ਟਰਪਤੀ ਸਨ। ਜਿਹੜਾ ਇਹ ਚੰਡੀਗੜ੍ਹ ਸ਼ਹਿਰ ਹੈ, ਇਹਨੂੰ ਮਤਲਬ ਇੱਕ ਇਹਦਾ ਪੂਰੇ ਸ਼ਹਿਰ ਦਾ ਡਿਜ਼ਾਇਨ, ਜਿੱਦਾਂ ਅਸੀਂ ਆਪਣੇ ਘਰ ਨੂੰ ਡਿਜ਼ਾਇਨ ਕਰਦੇ ਹਾਂ ਉਵੇਂ ਇਹ ਪੂਰੇ ਸ਼ਹਿਰ ਨੂੰ ਡਿਜ਼ਾਇਨ ਕੀਤਾ ਗਿਆ। ਇਹਦਾ ਨਕਸ਼ਾ ਤਿਆਰ ਕੀਤਾ ਗਿਆ। ਤੁਸੀਂ ਗੂਗਲ ਮੈਪ ਜਾਂ ਇਹਦਾ ਮੈਪ ਵੇਖ ਸਕਦੇ ਹੋ, ਗੂਗਲ ਮੈਪ ਵੀ ਵੇਖ ਸਕਦੇ ਹੋ ਫੋਨ 'ਚ, ਤਾਂ ਤੁਹਾਨੂੰ ਔਰਗੇਨਾਈਜ਼ਡ ਸਿਟੀ ਦੇ ਰੂਪ 'ਚ ਇਹ ਤੁਹਾਡੇ ਸਾਹਮਣੇ ਆਊਗਾ। ਚੰਡੀਗੜ੍ਹ ਖੋਲ੍ਹ ਕੇ ਵੇਖੋਗੇ ਤਾਂ ਉਹਦੇ ਵਿੱਚ ਸੈਕਟਰ ਬਣੇ ਹੋਏ ਨੇ, ਸਟ੍ਰੇਟ ਉੱਥੋਂ ਦੀਆਂ ਰੋਡਸ ਨੇ ਸਾਰੀਆਂ, ਚੌਂਕ ਹਰ ਕੁਛ ਕਿਲੋਮੀਟਰ 'ਤੇ ਚੌਂਕ ਹੈ। ਤਾਂ ਇਸ ਤਰ੍ਹਾਂ ਇੱਕ ਸੈਕਟਰ ਹੈ, ਉਹਦੇ ਵਿੱਚ ਅੱਗੇ ਕਲੋਨੀਜ਼ ਬਣੀਆਂ ਹੋਈਆਂ, ਉਹ ਸਾਰਾ ਕੁਛ ਤੁਸੀਂ ਵੇਖ ਸਕਦੇ ਹੋ ਮੈਪ 'ਤੇ। ਤਾਂ ਮਤਲਬ ਜਿਵੇਂ ਆਪਾਂ ਇੱਕ ਘਰ ਨੂੰ ਔਰਗੇਨਾਈਜ਼ ਕਰਦੇ ਹਾਂ, ਉਹਦਾ ਡਿਜ਼ਾਇਨ ਤਿਆਰ ਕਰਦੇ ਹਾਂ, ਇਹ ਪੂਰੇ ਸ਼ਹਿਰ ਦਾ ਡਿਜ਼ਾਇਨ ਤਿਆਰ ਕੀਤਾ ਗਿਆ ਸੀ। ਸਰ ਦੇਅਰ ਆਰ ਸਮ ਸ਼ੋਪਸ ਹੇਅਰ ਦੈਟ ਸੈਲ ਸਪੋਰਟਸ ਗੁੱਡਸ। ਕੁਛ ਇੱਥੇ ਦੁਕਾਨਾਂ ਨੇ ਜਿਹੜੀਆਂ ਖੇਡਾਂ ਦੀਆਂ ਵਸਤੂਆਂ ਵੇਚ ਰਹੀਆਂ ਨੇਗੀਆਂ। ਸਪੋਰਟਸ ਗੁੱਡਸ ਮਤਲਬ ਵਸਤੂਆਂ। ਆਈ ਵੁੱਡ ਲਾਈਕ ਟੂ ਬਾਏ ਅ ਕ੍ਰਿਕਟ ਬੈਟ ਐਂਡ ਅ ਬਾਲ, ਸੈਡ ਵਿੱਕੀ। ਵਿੱਕੀ ਨੇ ਕਿਹਾ ਮੈਂ ਕ੍ਰਿਕਟ ਬੈਟ ਬਾਲ ਖਰੀਦਣਾ ਹੈ। ਬਟ ਬਿਫੋਰ ਯੂ ਬਾਏ ਕੁਡ ਯੂ ਟੈਲ ਮੀ ਵਿਚ ਸਿਟੀ ਇਨ ਪੰਜਾਬ ਮੈਨੂਫੈਕਚਰਸ ਦੀਜ਼ ਗੁੱਡਸ, ਆਸਕਡ ਮਿਸਟਰ ਮੈਥਿਊ। ਮੈਥਿਊ ਨੇ ਪੁੱਛਿਆ ਕਿ ਕੀ ਤੁਹਾਨੂੰ ਪਤਾ ਪੰਜਾਬ 'ਚ ਕਿਹੜਾ ਸ਼ਹਿਰ ਇਹਨਾਂ ਚੀਜ਼ਾਂ ਦਾ ਉਤਪਾਦਨ ਕਰਦਾ ਹੈ? ਨੋ ਸਰ ਰਿਪਲਾਈਡ ਵਿੱਕੀ। ਵਿੱਕੀ ਨੇ ਕਿਹਾ ਨਹੀਂ ਸਰ, ਨਹੀਂ ਪਤਾ। ਵੈਲ ਇਟਸ ਜਲੰਧਰ। ਇਹ ਜਲੰਧਰ ਹੈ, ਸੈਡ ਮਿਸਟਰ ਮੈਥਿਊ। ਮਿਸਟਰ ਮੈਥਿਊ ਨੇ ਕਿਹਾ ਕਿ ਜਲੰਧਰ ਹੈ ਜਿੱਥੇ ਖੇਡਾਂ ਦਾ ਸਮਾਨ ਤਿਆਰ ਕੀਤਾ ਜਾਂਦਾ। ਇਟ ਇਜ਼ ਵਨ ਆਫ ਦ ਮੋਸਟ ਇੰਪੋਰਟੈਂਟ ਸੈਂਟਰਸ ਫਾਰ ਦ ਮੈਨੂਫੈਕਚਰਿੰਗ ਆਫ ਦ ਸਪੋਰਟਸ ਗੁੱਡਸ ਇਨ ਦ ਕੰਟਰੀ। ਦੇਸ਼ ਵਿੱਚ ਖੇਡਾਂ ਦਾ ਸਮਾਨ ਤਿਆਰ ਕਰਨ ਵਿੱਚ ਇਹ ਇੱਕ ਬਹੁਤ ਇੰਪੋਰਟੈਂਟ ਸੈਂਟਰ ਹੈ ਜਿਹੜਾ ਜਲੰਧਰ ਹੈ। ਦ ਅਦਰ ਸ਼ੋਪਸ ਦੇਅਰ ਹੈਵ ਵੂਲਨ ਹੌਜ਼ਰੀ ਗੁੱਡਸ। ਹੋਰ ਦੁਕਾਨਾਂ ਨੇ ਜਿੱਥੇ ਵੂਲਨ ਉੱਨ ਦੀਆਂ ਚੀਜ਼ਾਂ ਮਿਲ ਰਹੀਆਂ ਨੇ, ਮਤਲਬ ਕੱਪੜਾ ਮਿਲ ਰਿਹਾ ਸਰਦੀ ਵਾਲਾ ਉੱਨ ਦਾ। ਦੇ ਆਰ ਫਰੋਮ ਲੁਧਿਆਣਾ। ਇਹ ਲੁਧਿਆਣਾ ਤੋਂ ਹੈ। 95% ਆਫ ਆਵਰ ਹੌਜ਼ਰੀ ਇੰਡਸਟਰੀ ਇਜ਼ ਇਨ ਲੁਧਿਆਣਾ। ਸਾਡੀ 95% ਜਿਹੜੀ ਹੌਜ਼ਰੀ ਕੱਪੜੇ ਦੀ ਇੰਡਸਟਰੀ ਆ ਉਹ ਲੁਧਿਆਣਾ 'ਚ ਆ। ਮਤਲਬ ਕੱਪੜਾ ਮੇਨਲੀ ਲੁਧਿਆਣਾ 'ਚ ਤਿਆਰ ਕੀਤਾ ਜਾਂਦਾ ਅਤੇ ਜਿਹੜਾ ਖੇਡਾਂ ਦਾ ਸਮਾਨ ਹੈ ਉਹ ਜਲੰਧਰ 'ਚ। ਵੁੱਡ ਯੂ ਲਾਈਕ ਟੂ ਬਾਏ ਸਮ ਹੌਜ਼ਰੀ ਗੁੱਡਸ ਆਲਸੋ। ਮਿਸਟਰ ਮੈਥਿਊ ਨੇ ਕਿਹਾ ਕਿ ਤੁਸੀਂ ਕੁਛ ਕੱਪੜਾ ਵੀ, ਮਤਲਬ ਉੱਨ ਤੋਂ ਬਣੀਆਂ ਚੀਜ਼ਾਂ ਵੀ ਖਰੀਦਣਾ ਚਾਹੋਗੇ, ਮਤਲਬ ਕੱਪੜਾ ਖਰੀਦਣਾ ਚਾਹੋਗੇ? ਨੋ ਸਰ ਆਈ ਕਾਂਟ ਡਿਸਾਈਡ ਵਿਚ ਵਨਸ ਟੂ ਬਾਏ। ਨਹੀਂ ਸਰ, ਮੈਂ ਨਹੀਂ ਫੈਸਲਾ ਕਰ ਪਾ ਰਿਹਾ ਕਿ ਮੈਂ ਕੀ ਖਰੀਦਾਂ। ਸੱਚ ਪਰਚੇਸਿਸ ਆਰ ਮੇਡ ਬਾਏ ਮਾਈ ਪੇਰੈਂਟਸ, ਸੈਡ ਚਿੰਟੂ। ਚਿੰਟੂ ਕਹਿੰਦਾ ਕਿ ਇਹੋ ਜਿਹੀ ਖਰੀਦਦਾਰੀ ਮੇਰੇ ਪੇਰੈਂਟਸ ਕਰਦੇ ਨੇ, ਮੈਨੂੰ ਕੱਪੜੇ ਬਾਰੇ ਨਹੀਂ ਪਤਾ। ਵੈਲ ਚਿਲਡਰਨ ਯੂ ਵੁੱਡ ਪਰਹੈਪਸ ਲਾਈਕ ਟੂ ਟੇਸਟ ਦੀਜ਼ ਅੰਮ੍ਰਿਤਸਰੀ ਜਲੇਬੀਜ਼, ਸੈਡ ਮਿਸਟਰ ਮੈਥਿਊ। ਮੂਵਿੰਗ ਟੂਵਰਡਸ ਅ ਸਵੀਟ ਸ਼ਾਪ। ਇੱਕ ਮਿਠਾਈ ਦੀ ਦੁਕਾਨ ਵਿੱਚ ਜਾਂਦੇ ਹੋਏ ਮਿਸਟਰ ਮੈਥਿਊ ਨੇ ਪੁੱਛਿਆ
ਕਿ ਬੱਚਿਓ ਤੁਸੀਂ ਆਹ ਅੰਮ੍ਰਿਤਸਰੀ ਜਲੇਬੀਜ਼ ਖਾਣੀਆਂ, ਇਹਨਾਂ ਨੂੰ ਟੇਸਟ ਕਰਨਾ ਪਸੰਦ ਕਰੋਗੇ। ਆਲ ਦ ਚਿਲਡਰਨ ਫੋਲੋਡ ਹਿਮ ਵਿਦ ਸਮਾਈਲ ਔਨ ਦੇਅਰ ਫੇਸਿਸ। ਸਾਰੇ ਬੱਚੇ ਉਹਨੂੰ ਫੋਲੋ ਕਰਨ ਉਹਦੇ ਪਿੱਛੇ ਚੱਲ ਪਏ, ਮਿਸਟਰ ਮੈਥਿਊ ਦੇ ਪਿੱਛੇ ਚੱਲ ਪਏ। ਉਹਨਾਂ ਦੇ ਚਿਹਰਿਆਂ 'ਤੇ ਸਮਾਈਲ ਸੀ ਕਿਉਂਕਿ ਹੁਣ ਉਹ ਜਲੇਬੀਆਂ ਖਾਣ ਜਾ ਰਹੇ ਸੀ। ਤਾਂ ਇਸ ਸਾਰੇ ਚੈਪਟਰ ਦੇ ਵਿੱਚ ਅਸੀਂ ਪੰਜਾਬ ਦੇ ਬਾਰੇ ਪੜ੍ਹਿਆ, ਪੰਜਾਬ ਦੀਆਂ ਜਿਹੜੀਆਂ ਇੰਪੋਰਟੈਂਟ ਸ਼ਹਿਰ, ਪੰਜਾਬ ਦੀਆਂ ਸਿੱਖਾਂ ਦੀਆਂ ਜਿਹੜੀਆਂ ਧਾਰਮਿਕ ਸਥਾਨ ਹੈ ਉਹਨਾਂ ਬਾਰੇ ਪੜ੍ਹ ਲਿਆ। ਤਾਂ ਇਹ ਪੂਰੇ ਪੰਜਾਬ ਦੀ ਇੱਕ ਝਾਤ ਸੀ, ਪੰਜਾਬ ਦੀ ਇੱਕ ਝਾਤ, ਦ ਪੰਜਾਬ ਅ ਗਲਿੰਪਸ। ਸਾਰੇ ਬੱਚੇ ਇਹਦੇ ਵਰਡ ਮੀਨਿੰਗ ਵਗੈਰਾ ਨੋਟ ਕਰਕੇ ਇਹਦੀ ਰੀਡਿੰਗ ਕੰਪਲੀਟ ਕਰੋ। ਤਾਂ ਇਹਦੇ ਨਾਲ ਤੁਹਾਨੂੰ ਅੱਗੇ ਸਾਰੇ ਕੁਐਸਚਨ ਆਨਸਰ ਵਗੈਰਾ ਲਰਨ ਕਰਨ 'ਚ, ਉਹਨਾਂ ਨੂੰ ਸਮਝਣ ਦੇ ਵਿੱਚ ਆਸਾਨੀ ਹੋਏਗੀ। ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਲਾਈਕ, ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ। ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਨਾ। ਥੈਂਕ ਯੂ।